ਹੈਲੋ ਸਟੂਡੈਂਟਸ। ਤਾਂ ਆਪਾਂ ਪੜ੍ਹ ਰਹੇ ਸੀ ਬੱਚੋ 9ਵੀਂ ਜਮਾਤ ਦਾ 5ਵਾਂ ਲੈਸਨ ਫਰਾਂਸ ਦੀ ਕ੍ਰਾਂਤੀ। ਆਪਾਂ ਪੜ੍ਹਿਆ ਪਹਿਲਾਂ ਸ਼ੁਰੂਆਤ ਕਿਸ ਤਰ੍ਹਾਂ ਫਰੈਂਚ ਰੈਵੋਲੂਸ਼ਨ ਜਿਹੜੀ ਉਹ ਸਟਾਰਟ ਹੋਈ, ਲੋਕਾਂ ਨੂੰ ਕਿਹੜੇ ਕਿਹੜੇ ਵਰਗ ਨੂੰ ਕਰ ਦੇਣੇ ਪੈਂਦੇ ਸੀ। 3 ਵਰਗ ਸੀ ਉੱਥੇ, ਪਾਦਰੀ ਵਰਗ, ਦੂਸਰਾ ਰਾਜਸੀ ਵਰਗ ਜਾਂ ਅਮੀਰ ਵਰਗ ਜਾਂ ਮੱਧ ਵਰਗ, ਅਤੇ ਤੀਸਰਾ ਵਰਗ ਆਮ ਲੋਕਾਂ ਦਾ ਜਿਨ੍ਹਾਂ ਨੂੰ ਸਭ ਤੋਂ ਵੱਧ ਕਰ ਦੇਣੇ ਪੈਂਦੇ ਸੀ। ਗਿਰਜਾ ਘਰ ਦੇ ਵਿੱਚ ਟਿੱਥੇ ਕਰ ਦਿੱਤਾ ਜਾਂਦਾ ਸੀ ਔਰ ਰਾਜੇ ਨੂੰ ਟਾਈਲੇ ਕਰ ਦਿੱਤਾ ਜਾਂਦਾ ਸੀ। ਫਿਰ ਕਿਸ ਤਰ੍ਹਾਂ ਕ੍ਰਾਂਤੀ ਦੀ ਸ਼ੁਰੂਆਤ ਹੋਈ ਔਰ ਸੰਵਿਧਾਨ ਬਣਿਆ, ਟੈਨਿਸ ਕੋਰਟ ਸਹੁੰ ਹੋਈ, ਸੰਸਦ, ਤਾਂ ਉਹ ਆਪਾਂ ਚੀਜ਼ਾਂ ਪੜ੍ਹੀਆਂ। ਤਾਂ ਅੱਜ ਆਪਾਂ ਪੜ੍ਹਾਂਗੇ ਸੰਵਿਧਾਨ ਬਣਨ ਤੋਂ ਬਾਅਦ ਫਰਾਂਸ ਦੇ ਵਿੱਚ ਕਿਹਨਾਂ ਦੇ ਹੱਥ ਵਿੱਚ ਜਿਹੜਾ ਸ਼ਾਸਨ ਰਿਹਾ। ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਉਸ ਸ਼ਾਸਨ ਦੇ ਦੌਰਾਨ ਕਲੱਬ। ਤਾਂ ਕਲੱਬ ਜਿਹੜੇ ਨੇ ਉਹ ਕੀ ਬਣ ਗਏ, ਲੋਕਾਂ ਲਈ ਇੱਕ ਰਾਜਨੀਤਿਕ ਇਕੱਠ ਜਿਹੜਾ ਉਹ ਲੋਕਾਂ ਦਾ ਕਿੱਥੇ ਹੋਣ ਲੱਗ ਗਿਆ, ਉਹ ਹੋਣ ਲੱਗ ਗਿਆ ਕਿੱਥੇ, ਕਲੱਬਾਂ ਵਿੱਚ। ਲੋਕਾਂ ਲਈ ਰਾਜਨੀਤਿਕ ਇਕੱਠ ਦਾ ਕੇਂਦਰ ਜਿਹੜੇ ਨੇ ਉਹ ਕੀ ਬਣ ਗਏ, ਕਲੱਬ। ਔਰ ਇਹਨਾਂ ਕਲੱਬਾਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਸੀ ਜੈਕੋਬਿਨ ਕਲੱਬ। ਜੈਕੋਬਿਨ ਕਲੱਬ ਜਿਸ ਦਾ ਆਗੂ ਸੀ ਮੈਕਸੀਮਿਲੀਅਨ ਰੋਬਸਪੀਅਰ। ਜੈਕੋਬਿਨ ਕਲੱਬ ਜਿਹੜਾ ਪ੍ਰਸਿੱਧ ਕਲੱਬ ਬਣ ਗਿਆ। ਤਾਂ ਲੋਕ ਕਲੱਬਾਂ ਦੇ ਵਿੱਚ ਆ ਕੇ ਬੈਠ ਕੇ ਰਾਜਨੀਤਿਕ ਚਰਚਾ ਕਰਦੇ, ਅਗੜੀ ਕਾਰਵਾਈ ਜਿਹੜੀ ਉਹ ਬਣਾਉਂਦੇ, ਉੱਥੇ ਬੈਠ ਕੇ ਗੱਲਾਂ ਕਰਦੇ ਰਾਜਨੀਤੀ ਬਾਰੇ। ਤਾਂ ਉਹਨਾਂ ਵਿੱਚੋਂ ਸਭ ਤੋਂ ਪ੍ਰਸਿੱਧ ਫੇਮਸ ਕਲੱਬ ਕਿਹੜਾ ਸੀ, ਜੈਕੋਬਿਨ ਕਲੱਬ। ਤਾਂ ਇਸ ਦਾ ਆਗੂ ਕੌਣ ਸੀ, ਮੈਕਸੀਮਿਲੀਅਨ ਰੋਬਸਪੀਅਰ। ਇਸ ਦੇ ਟਾਈਮ ਨੂੰ ਕੀ ਗਿਣਿਆ ਜਾਂਦਾ ਬੱਚੋ ਫਰਾਂਸ ਦੇ ਵਿੱਚ, ਰੀਜਨ ਆਫ ਟੈਰਰ, ਆਤੰਕ ਦਾ ਦੌਰ। ਰੀਜਨ ਆਫ ਟੈਰਰ ਫਰਾਂਸ ਦੇ ਵਿੱਚ ਆਤੰਕ ਦਾ ਦੌਰ। ਸਤਾਰਾਂ ਸੌ 94 ਦਾ ਦੌਰ। 5 ਸਤੰਬਰ 1793 ਤੋਂ ਲੈ ਕੇ 28 ਜੁਲਾਈ 1794 ਦਾ ਜਿਹੜਾ ਟਾਈਮ ਹੈ ਫਰਾਂਸ ਦੇ ਵਿੱਚ ਉਹ ਗਿਣਿਆ ਜਾਂਦਾ ਹੈ ਰੀਜਨ ਆਫ ਟੈਰਰ, ਆਤੰਕ ਦਾ ਦੌਰ, ਜਿਸ ਦਾ ਆਗੂ ਕੌਣ ਸੀ, ਮੈਕਸੀਮਿਲੀਅਨ ਰੋਬਸਪੀਅਰ। ਤਾਂ ਇਸ ਦੇ ਟਾਈਮ ਦੇ ਵਿੱਚ ਕੀ ਕੀਤਾ ਗਿਆ, ਕੀਮਤਾਂ ਜਿਹੜੀਆਂ ਨੇ ਉਹ ਨਿਸ਼ਚਿਤ ਕਰ ਦਿੱਤੀਆਂ ਗਈਆਂ, ਚੀਜ਼ਾਂ ਦੀਆਂ ਫਿਕਸ ਕਰਤੀਆਂ, ਕਰਮਚਾਰੀਆਂ ਦੀਆਂ ਤਨਖਾਹਾਂ ਨੂੰ ਫਿਕਸ ਕਰ ਦਿੱਤਾ ਗਿਆ, ਕਿਸਾਨਾਂ ਨੂੰ ਮਜਬੂਰ ਕੀਤਾ ਗਿਆ ਇੱਕ ਨਿਸ਼ਚਿਤ ਕੀਮਤ ਦੇ ਉੱਪਰ ਫਸਲ ਵੇਚਣ ਲਈ, ਰਾਸ਼ਨ ਦੀ ਦੁਕਾਨਾਂ ਦੇ ਉੱਪਰ ਮੀਟ, ਰੋਟੀ, ਬ੍ਰੈਡ ਜਿਹੜੀ ਉਹ ਜ਼ਰੂਰੀ ਕਰ ਦਿੱਤੀਆਂ ਗਈਆਂ ਵੀ ਉੱਥੇ ਤੁਹਾਨੂੰ ਰਾਸ਼ਨ ਦੀ ਦੁਕਾਨਾਂ 'ਤੇ ਚੀਜ਼ਾਂ ਮਿਲਣਗੀਆਂ। ਤਾਂ ਜਿਹੜਾ ਵੀ ਮੈਕਸੀਮਿਲੀਅਨ ਦੇ ਇਹਨਾਂ ਆਦੇਸ਼ਾਂ ਨੂੰ ਨਹੀਂ ਮੰਨਦਾ ਸੀ ਤਾਂ ਉਸ ਨੂੰ ਕੀ ਕਰ ਦਿੱਤਾ ਜਾਂਦਾ ਸੀ, ਫਾਂਸੀ 'ਤੇ ਲਟਕਾ ਦਿੱਤਾ ਜਾਂਦਾ ਸੀ ਗਲੂਟਨ ਰਾਹੀਂ। ਤਾਂ ਇੱਕ ਟਾਈਮ ਅਜਿਹਾ ਆਇਆ ਵੀ ਰੋਬਸਪੀਅਰ ਦੇ ਆਪਣੇ ਹੀ ਸਾਥੀ ਜਿਹੜੇ ਨੇ ਇਸ ਤੋਂ ਤੰਗ ਆ ਗਏ। ਤਾਂ ਉਹਨਾਂ ਨੇ ਖੁਦ ਕਿਹਾ ਵੀ ਜਿਹੜੀਆਂ ਨੀਤੀਆਂ ਬਣਾਈਆਂ ਨੇ, ਨਿਯਮ ਬਣਾਏ ਨੇ ਰੋਬਸਪੀਅਰ ਨੇ, ਉਹਨਾਂ ਨੂੰ ਖਤਮ ਕੀਤਾ ਜਾਵੇ। ਤਾਂ ਲੋਕਾਂ ਨੇ ਤੰਗ ਆ ਕੇ ਇਸ ਨੂੰ ਵੀ ਕੀ ਕਰ ਦਿੱਤਾ, ਰੋਬਸਪੀਅਰ ਨੂੰ ਕੀ ਕੀਤਾ, ਗਲੂਟਾਈਨ ਰਾਹੀਂ ਸਜ਼ਾ ਦਿੱਤੀ। ਤਾਂ ਅਖੀਰ ਗਿਲੋਟਾਈਨ ਰਾਹੀਂ ਮੌਤ ਦੀ ਸਜ਼ਾ ਜਿਹੜੀ ਉਹ ਦਿੱਤੀ ਗਈ, ਕਿਸ ਨੂੰ, ਮੈਕਸੀਮਿਲੀਅਨ ਰੋਬਸਪੀਅਰ ਨੂੰ, ਜਿਸ ਦੇ ਟਾਈਮ ਨੂੰ ਆਤੰਕ ਦਾ ਦੌਰ ਕਿਹਾ ਜਾਂਦਾ ਹੈ। ਬੜਾ ਇੰਪੋਰਟੈਂਟ ਕੁਐਸਚਨ ਹੈ। ਜੈਕੋਬਿਨ ਕਲੱਬ ਦਾ ਇਹ ਆਗੂ ਸੀ। ਇਹਨਾਂ ਕਲੱਬ ਦੇ ਟਾਈਮ ਨੂੰ ਉੱਥੇ ਫ੍ਰੈਂਚ ਦੇ ਵਿੱਚ ਕੀ ਕਿਹਾ ਜਾਂਦਾ ਹੈ, 5 ਸਤੰਬਰ 1793 ਤੋਂ ਲੈ ਕੇ 28 ਜੁਲਾਈ 1794 ਤੱਕ ਦਾ ਕਿਹੜਾ ਟਾਈਮ ਗਿਣਿਆ ਜਾਂਦਾ ਹੈ, ਆਤੰਕ ਦਾ ਟਾਈਮ, ਰੀਜਨ ਆਫ ਟੈਰਰ। ਤਾਂ ਇਸ ਤੋਂ ਬਾਅਦ ਰੀਜਨ ਆਫ ਟੈਰਰ ਤੋਂ ਬਾਅਦ ਕੀ ਆਇਆ, ਰੀਜਨ ਆਫ ਡਾਇਰੈਕਟਰੀ। ਫਰਾਂਸ ਦੇ ਵਿੱਚ ਰੀਜਨ ਆਫ ਡਾਇਰੈਕਟਰੀ। ਰੀਜਨ ਆਫ ਡਾਇਰੈਕਟਰੀ 1795 ਤੋਂ ਲੈ ਕੇ 1799 ਦਾ ਟਾਈਮ ਹੈ ਜਿਹੜਾ ਉਹ ਰੀਜਨ ਆਫ ਡਾਇਰੈਕਟਰੀ ਦਾ ਗਿਣਿਆ ਜਾਂਦਾ ਹੈ। 2 ਨਵੰਬਰ 1795 ਤੋਂ 9 ਨਵੰਬਰ 1799। ਔਰ ਇਸ ਦੇ ਵਿੱਚ ਕੀ ਹੋਇਆ, ਅਮੀਰ ਲੋਕਾਂ ਦੇ ਹੱਥ ਵਿੱਚ ਸੱਤਾ ਆ ਗਈ। और
संपत्ति रहित ਜਿਹੜੇ ਲੋਕ ਸੀ संपत्ति तो बिना ਲੋਕਾਂ ਨੂੰ ਜਿਹੜਾ ਉਹ ਵੋਟ ਦਾ ਅਧਿਕਾਰ नहीं सी। हाँ जी, तो रीजन ऑफ डायरैक्टरी आ गया हुण जैकोबिन क्लब तो बाद, जिस दे विच टाइम सी 1795 तो 1799 और अमीर लोगों के हथ में सत्ता आ गई और जिस दे कोल जिहड़ा अमीर नहीं सी, संपत्ति नहीं सी, तो उसनूं वोट पाने का अधिकार नहीं मिलिया। तो हुण लोगों ने सोचा भी ये भी किते एक हथ विच ही ना रह जाए शासन, जिस तरह जैकोबिन ने किया सी। तो उसने अपने टाइम नूं रीजन ऑफ टैरर बना लिया, वो आगू बन गया, तानाशाही बन गया। तो इन्हों ने हुण डायरैक्टरी दे विच की कीता, किन्ने मैंबर बना दिते बच्चों, 5 मैंबरी डायरैक्टरी बना दी, 5 मैंबर कर दिते भी तां जो जैकोबिन वाला हाल ना होए। पर ये 5 मैंबर भी कुछ समय तक ठीक चलता रहा और उस तो बाद की होया, ये भी आपस में की करन लग गए बच्चों, इन्हां विच भी लड़ाई झगड़े शुरू हो गए। तो फिर की होया, इस तो बाद नैपोलीयन बोनापार्ट, तो नैपोलीयन बोनापार्ट आया। तो उसने की किया, इस डायरैक्टरी नूं खत्म कर दिता 10 नवंबर 1799 नूं डायरैक्टरी का खात्मा कर दिता। किसने? नैपोलीयन ने। तो नैपोलीयन बोनापार्ट आया तो उसका टाइम हुण शुरू हो गया बच्चों। पहला क्लब सी जैकोबिन क्लब, फिर डायरैक्टरी आई, तो हुण किसका टाइम आ गया? नैपोलीयन का। उसने 10 नवंबर 1799 नूं इस डायरैक्टरी नूं की करता, खत्म करता। तो हुण वो खुद फ्रांस का की बन गया? फर्स्ट कंसल। तो इस तो बाद आ गया बच्चों नैपोलीयन बोनापार्ट, जिसनों इटली दे उपर, इटली दियां जित्तां करके जाने जाता सी। और ये कौन सी? फ्रांसीसी जरनैल, फ्रांसीसी जरनैल सी। और इसनूं की कहा जाता है? फ्रांसीसी क्रांति का बच्चा भी कहा जाता है बच्चों, फ्रांसीसी क्रांति का बच्चा। तो वह किसनूं कहा जाता है? नैपोलीयन बोनापार्ट नूं। हाँ जी, नैपोलीयन बोनापार्ट रिगार्डेड एज द चाइल्ड ऑफ द फ्रेंच रेवोल्यूशन। तो वह कौन है? नैपोलीयन बोनापार्ट। तो इस इटली दियां विक्ट्रियां दे उपर, तो इसने इटली के उपर काफ़ी ज़्यादा जित्तां प्राप्त कीतियां सी। और इसका जन्म होया बच्चों 15 अगस्त 1769 किथे? कोरासिका दी राजधानी एजासियो। ये फ्रांस का एक राज सी छोटा जिहा कोरासिका, उसकी राजधानी एजासियो, जिथे जन्म होया नैपोलीयन का 15 अगस्त 1769 ईस्वी नूं। और इसनूं की कहा जाता सी? फ्रांसीसी क्रांति का बच्चा। एक बहुत काबल जरनैल सी जिसने इटली के उपर विक्ट्रीज प्राप्त कीतियां सी, जिस करके इसनूं फ्रांस दे विच मानता मिली, तरक्की मिली, इसनूं फ्रांस दे विच जाने जान लग्या। नैपोलीयन जिसने डायरैक्टरी का खात्मा किया और फर्स्ट कंसल बन गया फ्रांस का। 1799 तो 1804 तक फर्स्ट कंसल रहा ये। और इसने बैंक ऑफ फ्रांस की स्थापना की सी 18 जनवरी 1800 नूं, बैंक ऑफ फ्रांस। और ये सम्राट बनया फ्रांस का 1804 विच। फ्रांस का सम्राट कदों बनया? फिर 1804 विच। नैपोलीयन ने डायरैक्टरी का एंड किया, खात्मा किया। उस तो बाद फर्स्ट कंसल बनया फ्रांस का 1799 तो 1804 तक। और बैंक ऑफ फ्रांस की इसने स्थापना की 18 जनवरी 1800 नूं। और 1804 दे विच हुण की बन गया? शासक बन गया, सम्राट बन गया फ्रांस का पूरी तरह नाल। पावर इसने सारी अपने हाथ में लै ली बच्चों। और इस तो बाद इन्हें अपन नीतियों को लागू किया पूरे यूरोप के, और कई देशों ने इसनूं फॉलो किया। शुरू दे विच तां लोग इसनूं अपना
ਆਗੂ ਮੰਨਦੇ ਸੀ, ਚੰਗਾ ਮੰਨਦੇ ਸੀ। ਫਿਰ ਹੌਲੀ ਹੌਲੀ ਪੂਰੇ ਯੂਰਪ ਦੇ ਵਿੱਚ ਇਸ ਦੀ ਫੌਜ ਨੂੰ ਘੁਸਪੈਠੀਆਂ ਦੇ ਨਾਲ ਜਾਣਿਆ ਜਾਣ ਲੱਗਿਆ। ਤਾਂ ਹੁਣ ਇੰਗਲੈਂਡ ਦੇ ਨਾਲ ਇਸ ਦੀ ਲੜਾਈ ਹੋਈ, ਕਿੱਥੇ? ਵਾਟਰਲੂ ਦੇ ਵਿੱਚ। ਵਾਟਰਲੂ ਦੀ ਲੜਾਈ 18 ਜੂਨ 1815 ਨੂੰ ਹੋਈ ਸੀ। ਕਿਸ ਦੇ ਨਾਲ? ਇੰਗਲੈਂਡ ਦੇ ਨਾਲ। ਔਰ ਇੰਗਲੈਂਡ ਫੌਜ ਨੇ ਇਸ ਨੂੰ ਕੈਦ ਕਰ ਲਿਆ। ਕੈਦ ਕਰਕੇ ਕਿੱਥੇ ਭੇਜ ਦਿੱਤਾ? ਸੈਂਟ ਹੈਲੀਨਾ ਦੀਪ ਤੇ, ਜਿੱਥੇ ਇਸ ਦੀ 5 ਮਈ 1821 ਨੂੰ ਜਿਹੜਾ ਉਹ ਮੌਤ ਹੋ ਜਾਂਦੀ ਹੈ। ਕਿਸ ਦੀ? ਨੈਪੋਲੀਅਨ ਬੋਨਾਪਾਰਟ ਦੀ। ਤਾਂ ਨੈਪੋਲੀਅਨ ਬੋਨਾਪਾਰਟ, ਜਿਸ ਦਾ ਜਨਮ 15 ਅਗਸਤ 1769 ਨੂੰ ਹੋਇਆ ਸੀ ਔਰ ਇਹ ਫਰਾਂਸ ਦਾ ਫਸਟ ਕੰਸਲ ਬਣਿਆ 1799 ਤੋਂ 1804। ਬੈਂਕ ਆਫ ਫਰਾਂਸ ਦੀ ਸਥਾਪਨਾ ਕੀਤੀ। ਫਰਾਂਸੀਸੀ ਕ੍ਰਾਂਤੀ ਦਾ ਬੱਚਾ ਕਿਹਾ ਜਾਂਦਾ ਇਸ ਨੂੰ। ਔਰ 1804 ਵਿੱਚ ਇਹ ਸ਼ਾਸਕ ਬਣ ਗਿਆ, ਸਮਰਾਟ ਬਣ ਗਿਆ। ਕਿੱਥੋਂ ਦਾ? ਫਰਾਂਸ ਦਾ। ਔਰ ਵਾਟਰਲੂ ਜਿਹੜੀ ਕਿ ਇਸ ਦੀ ਅੰਤਿਮ ਲੜਾਈ ਕਿਸ ਦੇ ਨਾਲ? ਇੰਗਲੈਂਡ ਦੇ ਖਿਲਾਫ। ਵਾਟਰਲੂ ਦੀ ਲੜਾਈ 18 ਜੂਨ 1815 ਨੂੰ ਹੋਈ ਸੀ। ਔਰ ਇੰਗਲੈਂਡ ਨੇ ਕੈਦ ਕਰਕੇ ਕਿੱਥੇ ਭੇਜਤਾ ਇਹਨਾਂ ਨੂੰ? ਸੈਂਟ ਹੈਲੀਨਾ ਦੀਪ, ਜਿੱਥੇ ਕਿ 5 ਮਈ 1821 ਨੂੰ ਜਿਹੜਾ ਉਹ ਮੌਤ ਹੋ ਜਾਂਦੀ ਹੈ। ਕਿੰਦੀ? ਨੈਪੋਲੀਅਨ ਦੀ। ਔਰ 20 ਸਾਲਾਂ ਬਾਅਦ ਇਸ ਦੀਆਂ ਅਸਥੀਆਂ ਜਿਹੜੀਆਂ ਨੇ ਉਹ ਫਰਾਂਸ ਦੇ ਵਿੱਚ ਵਾਪਸ ਲਿਆਈਆਂ ਜਾਂਦੀਆਂ ਨੇ ਬੱਚੋ। ਠੀਕ ਹੈ, ਤਾਂ ਇਹ ਸੀ ਅੱਜ ਦਾ ਆਪਣਾ ਟੌਪਿਕ, ਕ੍ਰਾਂਤੀ ਦਾ ਤੀਸਰਾ ਭਾਗ। ਜੈਕੋਬਿਨ ਕਲੱਬ ਆਇਆ, ਫਿਰ ਡਾਇਰੈਕਟਰੀ ਆਈ, ਫਿਰ ਨੈਪੋਲੀਅਨ ਆਇਆ। ਤਾਂ ਉਸ ਤੋਂ ਬਾਅਦ ਆਪਾਂ ਲਾਸਟ ਪਾਰਟ ਪੜਾਂਗੇ ਅਗਲੀ ਵੀਡੀਓ ਦੇ ਵਿੱਚ। ਕਿਹੜੇ ਜਿਹੜੇ ਰਾਈਟਰਸ ਨੇ ਉਹਨਾਂ ਨੇ, ਔਰ ਕਿਹੜੀਆਂ ਔਰਤਾਂ ਨੇ ਆਗੂ ਸੀ, ਜਾਂ ਕਿਹੜੇ ਰਾਜਿਆਂ ਨੇ ਕਿਹੜੇ ਸ਼ਬਦ ਕਹੇ, ਉਹ ਆਪਾਂ ਅਗਲੀ ਵੀਡੀਓ 'ਚ ਪੜਾਂਗੇ ਬੱਚੋ। ਠੀਕ ਹੈ ਜੀ, ਤਾਂ ਮਿਲਦੇ ਹਾਂ ਅਗਲੀ ਵੀਡੀਓ 'ਚ ਨਵੇਂ ਟੌਪਿਕ ਦੇ ਨਾਲ। ਓਕੇ, ਥੈਂਕ ਯੂ।